So the topic that I am going to cover today, that is BIOS. And this BIOS stands for Basic Input Output System. अगर मैं BIOS की full form ਦੀ ਗੱਲ ਕਰਾਂ, then the full form of BIOS is Basic Input Output System. और किस पर्पस ਲਈ ਕਿਉਂ ਅਸੀਂ ਕੰਪਿਊਟਰ ਦੇ ਵਿੱਚ BIOS ਨੂੰ ਯੂਜ਼ ਕਰਦੇ ਹਾਂ ਔਰ BIOS ਕਿਸ ਜਗ੍ਹਾ ਤੇ ਅਵੇਲੇਬਲ ਹੈ ਸਾਡੇ ਕੰਪਿਊਟਰ ਦੇ ਵਿੱਚ। ਅਗਰ ਅਸੀਂ ਤੁਹਾਨੂੰ ਯਾਦ ਹੋਵੇ ਅਸੀਂ ਇਹਦੀ ਜਦੋਂ ਕੰਪਿਊਟਰ ਦੀ ਇੰਟਰੋਡਕਸ਼ਨ ਦੀ ਗੱਲ ਕਰ ਰਹੇ ਸੀ, ਬਲੌਕ ਡਾਇਗਰਾਮ ਦੀ ਗੱਲ ਕਰ ਰਹੇ ਸੀ, ਕੰਪਿਊਟਰ ਦੇ ਵਿੱਚ ਪ੍ਰਾਇਮਰੀ ਮੈਮਰੀ ਵੀ ਅਵੇਲੇਬਲ ਹੈ, ਸੈਕੰਡਰੀ ਸਟੋਰੇਜ ਡਿਵਾਈਸਿਸ ਵੀ ਅਵੇਲੇਬਲ ਹੈ। ਔਰ ਵੈਨ ਵੀ ਟਾਕ ਅਬਾਊਟ ਪ੍ਰਾਇਮਰੀ ਮੈਮਰੀ ਦੇ ਵਿੱਚ ਇੱਕ ਰੈਮ ਅਵੇਲੇਬਲ ਹੈ ਐਂਡ ਸੈਕੰਡ ਥਿੰਗ ਜਿਹੜੀ ਅਵੇਲੇਬਲ ਹੈ ਦੈਟ ਇਜ਼ ਯੂਅਰ ਰੋਮ। ਔਰ BIOS ਜਿਹੜੀ ਸਟੋਰ ਹੁੰਦੀ ਹੈ that is being stored on the ROM of the computer। ਮੈਂ ਗੱਲ ਨੂੰ ਫਿਰ ਤੁਹਾਨੂੰ ਬਰੀਫਲੀ ਐਕਸਪਲੇਨ ਕਰਦਾ ਕੀ ਚੀਜ਼ ਹੈ। ਫਰਸਟ ਪੁਆਇੰਟ ਇਜ਼ BIOS stands for basic input output system। ਸਾਡੇ ਕੰਪਿਊਟਰ ਦੇ ਵਿੱਚ ਪ੍ਰਾਇਮਰੀ ਮੈਮਰੀ ਦੀ ਅਸੀਂ ਗੱਲ ਕਰੀਏ, ਪ੍ਰਾਇਮਰੀ ਮੈਮਰੀ ਸਾਡੀ ਦੋ ਟਾਈਪ ਦੀ ਹੈ। ਇੱਕ ਟਾਈਪ ਦੀ ਪ੍ਰਾਇਮਰੀ ਮੈਮਰੀ ਹੈ RAM। RAM is a temporary memory। ਔਰ ਜਦੋਂ ਕੰਪਿਊਟਰ ਆਫ ਹੋਏਗਾ RAM ਦੇ ਵਿੱਚ ਜੋ ਵੀ ਡਾਟਾ ਸਟੋਰ ਹੈ ਉਹ ਉੜ ਜਾਏਗਾ। ਜਦਕਿ ਜਦੋਂ ਮੈਂ ਉਸ ਟਾਈਮ RAM ਔਰ ROM ਦੀ ਡਿਸਕਸ਼ਨ ਕੀਤੀ ਸੀ, ਮੈਂ ਉਸ ਟਾਈਮ ਵੀ ਇਹ ਗੱਲ ਕਹੀ ਹੋਣੀ ਹੈ, ਮੈਂ ਤੁਹਾਨੂੰ ROM ਦੇ ਬਾਰੇ ਡਿਟੇਲ ਚ ਬਾਅਦ ਵਿੱਚ ਐਕਸਪਲੇਨ ਕਰੂੰਗਾ। ROM ਇਜ਼ ਅ ਚਿਪ, ਇੱਕ ਚਿਪ ਹੈ, ਆਈਸੀ ਹੈ, ਇੰਟੀਗ੍ਰੇਟਿਡ ਸਰਕਟ ਹੈ ਔਰ ROM ਦੇ ਵਿੱਚ ਤੁਹਾਡੇ ਸਿਸਟਮ ਦੀ ਬੇਸਿਕ ਇਨਪੁਟ ਆਊਟਪੁੱਟ ਇਨਫੋਰਮੇਸ਼ਨ ਸਟੋਰਡ ਹੁੰਦੀ ਹੈ। ਸੈਕੰਡ ਪੁਆਇੰਟ, ROM is non-volatile। non-volatile ਦਾ ਮਤਲਬ it is permanent। ROM ਦੇ ਵਿੱਚ ਜੋ ਡਾਟਾ ਹੈ ਉਹ permanently stored ਹੁੰਦਾ ਹੈ, ਉਹ delete ਨਹੀਂ ਹੁੰਦਾ। ਇਹੀ ਚੀਜ਼ ਇੱਥੇ ਪ੍ਰੈਜ਼ੈਂਟ ਕੀਤੀ ਹੈ। It is a ROM chip found on motherboards that allows you to access and set up your computer system at the most basic level। ਤੁਹਾਡੇ ਕੰਪਿਊਟਰ ਦੇ ਸੈਟਅਪ ਨੂੰ ਕਨਫਿਗਰ ਕਰਨਾ, for that purpose BIOS is needed। ਅਗਰ ਮੈਂ ਤੁਹਾਨੂੰ ਇਸ ਟਾਈਮ ਤੱਕ ਤੁਹਾਨੂੰ ਕੁਝ ਸਟੈਪ ਬਾय ਸਟੈਪ BIOS ਐਕਸਪਲੇਨ ਕਰ ਰਿਹਾ, ਅਗਰ ਮੈਂ ਪ੍ਰੈਕਟੀਕਲੀ BIOS ਦੀ ਗੱਲ ਕਰਾਂ, ਤੁਸੀਂ ਸ਼ਾਇਦ ਦੇਖਿਆ ਹੋਗਾ ਆਪਣੇ ਕੰਪਿਊਟਰ ਦੇ ਵਿੱਚ ਕਈ ਵਾਰੀ ਤੁਸੀਂ ਜਿੱਦਾਂ ਹੀ ਸਿਸਟਮ ਔਨ ਕਰਦੇ ਹੋ F9 ਦਾ ਬਟਨ ਪ੍ਰੈਸ ਕਰਦੇ ਹੋ ਜਾਂ ਡਿਲੀਟ ਦਾ ਬਟਨ ਪ੍ਰੈਸ ਕਰੋ, ਸਿਸਟਮ ਦੇ ਵਿੱਚ ਮੈਸੇਜ ਲਿਖਿਆ ਆਉਂਦਾ ਹੈ press F9 ਜਾਂ delete depending upon the kind of motherboard that you are using। press F9 to enter setup। जो setup ਦੇ ਵਿੱਚ ਤੁਸੀਂ enter ਕਰਦੇ ਹੋ that is basically configuration of the BIOS। BIOS operating system load ਕਰਨ ਤੋਂ ਬਾਅਦ ਨਹੀਂ, BIOS ਦਾ concept, BIOS ਦਾ ਕੰਮ ਕਿਦੋਂ start ਹੁੰਦਾ ਹੈ? the moment ਤੁਸੀਂ ਬਟਨ ਦਬਾਇਆ, ਕੰਪਿਊਟਰ ਨੂੰ ਔਨ ਕੀਤਾ, at that point of time ਤੁਹਾਡੇ BIOS ਦਾ concept and BIOS ਦੀ working start ਹੁੰਦੀ ਹੈ। BIOS includes instruction on how to load basic computer hardware। It also includes a test referred to as post power on self test। This post stands for power on self test। It also includes a test referred to as post
that helps verify the computer meet requirements to boot up properly. मैं हुणे कवर अप करांगा what this post is हुणे next slide ਦੇ ਵਿੱਚ. If the computer doesn't pass the post, अगर कंप्यूटर ਤੁਹਾਡਾ post ਨੂੰ pass नहीं करता, then you hear a combination of beeps indicating what is malfunctioning in the computer. मतलब मीनिंग देयर बाय जो इस स्लाइड ਦੇ ਵਿੱਚ ਕੀ ਲਿਖਿਆ ਹੈ, ਫਸਟ ਚੀਜ਼ ਇਹੀ ਲਿਖੀ ਹੋਈ ਹੈ that BIOS is included in the ROM of the computer. ਇਹਦੇ ਵਿੱਚ instruction stored ਹੈ. It includes instructions on how to load basic computer hardware. It also includes a test. की वो टेस्ट है, क्यों टेस्ट रिक्वायर्ड है, और मैं उस टेस्ट बारे हुण तुहानू एक्सप्लेन करा. दैट इज योर पोस्ट पावर ऑन सेल्फ टेस्ट. ਜਦੋਂ ਵੀ ਜਿੰਨੀ ਵਾਰੀ ਵੀ ਤੁਸੀਂ ਇੱਕ ਵਾਰੀ ਕਰੋ, 50 ਵਾਰੀ ਕਰੋ, 100 ਵਾਰੀ ਕਰੋ, ਐਵਰੀ ਟਾਈਮ ਤੁਸੀਂ ਆਪਣਾ ਕੰਪਿਊਟਰ ਨੂੰ ਔਨ ਕਰਦੇ ਹੋ, ਸਭ ਤੋਂ ਪਹਿਲਾਂ ਪੋਸਟ ਪਰਫਾਰਮ ਹੁੰਦਾ ਹੈ, ਪਾਵਰ ਔਨ ਸੈਲਫ ਟੈਸਟ. और पावर और सेल्फ टेस्ट के दौरान की हुंदा है, ਤੁਹਾਡੇ ਕੰਪਿਊਟਰ ਦੇ ਸਾਰੇ ਕੰਪੋਨੈਂट्स, ਜਿੰਨੇ ਵੀ ਕੰਪੋਨੈਂट्स ਹੈ, ਚਾਹੇ ਮਦਰਬੋਰਡ ਦੀ ਗੱਲ ਕਰੀਏ, ਮਦਰਬੋਰਡ ਤੇ ਫਿਟਡ ਜਿੰਨੇ ਡਿਫਰੈਂਟ ਚਿਪਸ ਹੈ, ਤੁਹਾਡਾ ਪ੍ਰੋਸੈਸਰ ਹੈ, ਤੁਹਾਡੀ ਮੈਮਰੀ ਹੈ, ਦੈਨ ਹਾਰਡ ਡਿਸਕ ਹੈ, ਔਰ ਹੋਰ ਵੀ ਜਿਹੜੇ ਪੈਰੀਫਿਰਲਸ ਹੈ ਜੋ ਕੰਪਿਊਟਰ ਦੇ ਵਿੱਚ ਕਨੈਕਟਡ ਹੈ, they all are tested. They all are tested, and if each and every part, ਸਾਰੇ ਦੇ ਸਾਰੇ ਪਾਰਟ ਵਰਕਿੰਗ ਆਰਡਰ 'ਚ ਹੈ, ਤਾਂ ਹੀ ਤੁਹਾਡਾ ਕੰਪਿਊਟਰ ਅੱਗੇ ਪ੍ਰੋਸੀਡ ਕਰਦਾ ਹੈ ਲੋਕੇਟਿੰਗ ਫॉर ਦਾ ਆਪਰੇਟਿੰਗ ਸਿਸਟਮ. ਤੁਸੀਂ ਆਪਰੇਟਿੰਗ ਸਿਸਟਮ ਸਬਜੈਕਟ ਵੀ ਪੜ੍ਹਿਆ ਹੈ. ਆਪਰੇਟਿੰਗ ਸਿਸਟਮ ਲੋਡਿੰਗ ਉਦੋਂ ਹੀ ਹੁੰਦੀ ਹੈ ਪਹਿਲਾਂ ਕੰਪਿਊਟਰ ਨੇ ਚੈੱਕ ਕਰਨਾ ਹੈ, पोस्ट परफॉर्म करना है. अगर पोस्ट टेस्ट पास हो जाता है, all components in working order, then only ਤੁਹਾਡਾ ਕੰਪਿਊਟਰ it will start looking for the operating system. ਉਸ ਤੋਂ ਪਹਿਲਾਂ ਤੁਹਾਡਾ ਕੰਪਿਊਟਰ operating system ਨੂੰ ਨਹੀਂ ਲੱਭਦਾ. अगर मैं इस context ਵਿੱਚ ਗੱਲ ਕਰਾਂ, the computer contains hardware like keyboard, monitor, disk drives. Their functioning requires interfacing with the operating system. The BIOS provides drivers for basic hardware. अगर ਅਸੀਂ ਗੱਲ ਕਰਦੇ ਹਾਂ that ਸਾਡਾ ਕੰਪਿਊਟਰ ਹੈ, ਕੰਪਿਊਟਰ ਦੇ ਵਿੱਚ ਅਗਰ ਮੈਂ ਕੋਈ ਵੀ ਪ੍ਰਿੰਟਰ ਲਗਾਉਣਾ ਜਾਂ ਕੋਈ ਵੀ ਡਿਵਾਈਸ ਕੰਪਿਊਟਰ ਦੇ ਵਿੱਚ ਅਟੈਚ ਕਰਦਾ, ਐਕਸਟਰਾ ਪੈਰੀਫਿਰਲ, ਤਾਂ ਆਪਣੇ ਆਪ ਉਹ ਪ੍ਰਿੰਟਰ ਨੇ ਕੰਮ ਕਰਨਾ ਸਟਾਰਟ ਨਹੀਂ ਕਰਨਾ. कोई भी डिवाइस ਤੁਹਾਡੇ ਕੰਪਿਊਟਰ ਵਿੱਚ ਲੱਗੇਗਾ, it requires a device driver. driver software required ਹੁੰਦਾ ਹੈ. ਉਸ ਸੌਫਟਵੇਅਰ ਨੂੰ ਤੁਸੀਂ ਆਪਣੇ ਕੰਪਿਊਟਰ 'ਚ ਅਪਲੋਡ ਕਰੋ, ਉਸ ਤੋਂ ਬਾਅਦ ਪ੍ਰਿੰਟਰ ਨੂੰ ਕਨੈਕਟ ਕਰੋ, ਤਾਂ ਹੀ ਤੁਹਾਡਾ ਪ੍ਰਿੰਟਰ ਕੰਮ ਕਰਨਾ ਸਟਾਰਟ ਕਰਦਾ ਹੈ. ਅਦਰਵਾਈਜ਼ ਮੈਂ ਇੱਕ ਜਨਰਲ ਪਰਸੈਪਸ਼ਨ ਤੁਹਾਨੂੰ ਦੱਸ ਰਿਹਾ, ਕੰਪਿਊਟਰ ਦੇ ਵਿੱਚ ਕੋਈ ਵੀ ਪੈਰੀਫਿਰਲ ਤੁਸੀਂ ਈਵਨ ਆਪਣਾ ਕੀ ਨਾਮ ਹੈ ਮੋਬਾਈਲ ਲਗਾਉਂਦੇ ਹੋ ਕੰਪਿਊਟਰ ਦੇ ਨਾਲ, ਤੇ ਸਿੱਧਾ ਹੀ ਡਾਟਾ ਥੋੜੀ ਟ੍ਰਾਂਸਫਰ ਹੁੰਦਾ ਹੈ. It requires a software because mobile is an extra element. कोई भी एलिमेंट ਤੁਹਾਡੇ ਕੰਪਿਊਟਰ ਦੇ ਨਾਲ ਕਨੈਕਟ ਹੁੰਦਾ ਹੈ, it requires device drivers. device driver software required ਹੈ, ਔਰ device driver software ਜਦੋਂ ਅਪਲੋਡ ਹੁੰਦਾ ਹੈ, only then ਤੁਸੀਂ ਉਸ ਪਾਰਟ ਪੈਰੀਫਿਰਲ ਨੂੰ ਯੂਜ਼ ਕਰ ਸਕਦੇ. ਜਦਕਿ ਤੁਹਾਡੀ BIOS ਦੇ ਵਿੱਚ ਕੀ ਹੈ, ਅਗਰ ਅਸੀਂ ਕੰਪਿਊਟਰ ਦੀ ਗੱਲ ਕਰੀਏ, ਸਾਡੇ ਕੋਲ ਕੀਬੋਰਡ ਹੈ, ਸਾਡੇ ਕੋਲ ਮਾਊਸ ਹੈ, ਤੁਸੀਂ ਕੀਬੋਰਡ ਔਰ ਮਾਊਸ ਦੇ ਡਰਾਈਵਰ ਲੋਡ ਨਹੀਂ ਕਰਦੇ. ਕੀਬੋਰਡ ਔਰ ਮਾਊਸ ਆਟੋਮੈਟਿਕਲੀ ਡਿਟੈਕਟ ਹੁੰਦੇ ਹੈ, ਲੇਕਿਨ ਦੇ ਨੀਡ ਡਰਾਈਵਰਸ. ਇਹਨਾਂ ਨੂੰ ਡਰਾਈਵਰਸ ਦੀ ਜ਼ਰੂਰਤ ਹੁੰਦੀ ਹੈ. ਉਹ ਡਰਾਈਵਰਸ ਕਿੱਥੋਂ ਆਉਂਦੇ, ਫਰੋਮ ਵੇਅਰ ਥੀਸ ਡਰਾਈਵਰਸ ਕਮ,
these drivers are loaded in the operating system, not operating system, they are loaded in the BIOS of the computer. This BIOS provides drivers for basic hardware like keyboard, monitor, mouse, etc. Operating system provides hardware for printer, modem, etc. It's not hardware, it is about operating system provides software for printer and modem. ਕੀਬੋਰਡ ਦੇ ਲਈ, ਮੋਨੀਟਰ ਦੇ ਲਈ, ਮਾਊਸ ਦੇ ਲਈ ਜਿਹੜੇ ਡਿਵਾਈਸ ਡਰਾਈਵਰਸ ਹੈ, ਜਿਹੜੇ ਡਿਵਾਈਸ ਡਰਾਈਵਰ ਸੌਫਟਵੇਅਰਸ ਹੈ that are being provided by the BIOS. ਜਦ ਕਿ ਅਗਰ ਮੈਂ ਗੱਲ ਕਰਾਂ ਵੈਬ ਕੈਮਰਾ ਹੈ, ਤੁਹਾਡਾ ਮੋਬਾਈਲ ਡਿਵਾਈਸ ਹੈ, ਤੁਹਾਡਾ ਪ੍ਰਿੰਟਰ ਹੈ, ਮੋਡਮ ਹੈ, ਉਹਨਾਂ ਨੂੰ ਅਗਰ ਤੁਸੀਂ ਕਨੈਕਟ ਕਰਕੇ ਡਿਵਾਈਸ ਡਰਾਈਵਰਸ ਦੀ ਰਿਕੁਆਇਰਮੈਂਟ ਹੈ that is being provided by the operating system. So a distinction clear है. Basic hardware devices, keyboard, mouse, monitor. ਇਹ ਤਾਂ ਤੁਹਾਡੇ ਕੰਪਿਊਟਰ 'ਚ ਲੱਗਣੇ ਹੀ ਲੱਗਣੇ ਹੈ, ਕੰਪਲਸਰੀ ਹੈ। ਅਸੀਂ ਪ੍ਰਿੰਟਰ ਤੋਂ ਬਿਨਾ ਕੰਪਿਊਟਰ ਚਲਾ ਸਕਦੇ ਹਾਂ, ਅਸੀਂ ਮੋਡਮ ਤੋਂ ਬਿਨਾ ਕੰਪਿਊਟਰ ਚਲਾ ਸਕਦੇ ਹਾਂ, ਅਸੀਂ ਮੋਬਾਈਲ ਤੋਂ ਬਿਨਾ ਕੰਪਿਊਟਰ ਚਲਾ ਸਕਦੇ ਹਾਂ, ਬਟ ਅਸੀਂ ਮੋਨੀਟਰ, ਕੀਬੋਰਡ ਐਂਡ ਟੂ ਸਮ ਐਕਸਟੈਂਟ ਮਾਊਸ ਤੋਂ ਬਿਨਾ ਕੰਪਿਊਟਰ ਨਹੀਂ ਚਲਾ ਸਕਦੇ। ਸੋ ਬੇਸਿਕ ਡਿਵਾਈਸਿਸ ਦੇ ਲਈ ਜਿਹੜੇ ਸੌਫਟਵੇਅਰਸ ਹੈ that are being provided by, I mean software means device drivers that are being provided by the BIOS. और ये भी पॉसिबल है, मैं हूं जिस तरह इस लाइन स्लाइड लिखे आया है that operating system provide device drivers for printer and modem. ਜ਼ਰੂਰੀ ਨਹੀਂ ਹੈ ਤੁਹਾਡੇ ਆਪਰੇਟਿੰਗ ਸਿਸਟਮ ਦੇ ਵਿੱਚ ਹਰ ਟਾਈਪ ਦੇ ਪ੍ਰਿੰਟਰ ਦੇ ਕੰਟੈਕਸਟ ਵਿੱਚ ਡਰਾਈਵਰ ਅਵੇਲੇਬਲ ਹੋਵੇ। नो डाउट ਜਿਹੜਾ ਅੱਜਕੱਲ ਵਿੰਡੋਜ਼ 10 ਆਇਆ ਹੋਇਆ ਹੈ, ਵਿੰਡੋਜ਼ 10 ਆਪਰੇਟਿੰਗ ਸਿਸਟਮ ਦੇ ਵਿੱਚ ਕਾਫੀ ਡਿਵਾਈਸ ਡਰਾਈਵਰਸ ਅਵੇਲੇਬਲ ਹੁੰਦੇ ਹੈ। ਸਟਿਲ ਕੁਝ ਐਸੇ ਨਵੇਂ ਡਿਵਾਈਸਸ ਹੁੰਦੇ ਹੈ ਜਿਨ੍ਹਾਂ ਦੇ, ਹੁਣ ਮੈਂ ਇੱਕ ਐਗਜ਼ਾਮਪਲ ਲੈਣਾ, ਵਿੰਡੋਜ਼ 10 ਬਣ ਕੇ 2018 ਦੇ ਵਿੱਚ ਮਾਰਕੀਟ 'ਚ ਆ ਗਿਆ, ਠੀਕ ਹੈ, ਤਾਂ ਵਿੰਡੋਜ਼ 10 ਨੇ 2018 ਜਾਂ 2019 ਤੱਕ ਦੇ ਪ੍ਰਿੰਟਰ ਦੇ ਡਰਾਈਵਰ ਸਟੋਰ ਕਰੇਗਾ। ਔਰ ਅਗਰ ਮੰਨ ਲਓ ਕੋਈ 2022 ਦੇ ਵਿੱਚ ਪ੍ਰਿੰਟਰ ਬਣ ਕੇ ਆਂਦਾ ਹੈ ਜਾਂ 2021 ਚ ਬਣ ਕੇ ਆ ਰਿਹਾ ਹੈ, ਉਹਦੇ ਡਰਾਈਵਰ ਜਾਂ ਉਹਦੀ ਸਪੈਸੀਫਿਕੇਸ਼ਨ ਜਿਹੜੀ ਹਜੇ ਚੀਜ਼ ਬਣੀ ਨਹੀਂ, ਪਤਾ ਨਹੀਂ ਸਟੋਰ ਹੋ ਸਕਦੀ। ਸੋ ਡਰਾਈਵਰਸ ਫॉर some hardwares may not be available in the operating system, hence these have to be installed by the user. ਸੋ ਹੁਣ ਅਗਰ ਮੈਂ BIOS ਦੇ ਕੰਟੈਕਸਟ ਵਿੱਚ ਗੱਲ ਕਰਾਂ, this is your BIOS, this is your central processing unit, और BIOS ਤੁਹਾਡਾ operating system ਦੇ ਨਾਲ ਵੀ communicate ਕਰਦਾ ਹੈ, ਇਹ device drivers ਵੀ provide ਕਰਦਾ ਹੈ, ਇਹ different kind of applications ਵੀ provide ਕਰਦਾ ਹੈ। ਇਸ diagram ਨੂੰ ਧਿਆਨ ਨਾਲ ਦੇਖੋ, CPU ਦੇ ਨਾਲ communication, basic communication that is being done by this particular BIOS, ਕਿਉਂਕਿ BIOS ਦੇ ਵਿੱਚ total setup information stored ਹੁੰਦੀ ਹੈ, ਡੇਟ ਐਂਡ ਟਾਈਮ ਵੀ ਇਹਦੇ ਸੈਟਅਪ ਕੀਤਾ ਜਾਂਦਾ ਹੈ। ਇਹਦੇ ਵਿੱਚ ਇਹ ਵੀ ਸੈਟਅਪ ਕੀਤਾ ਜਾਂਦਾ ਹੈ ਵੀ ਤੁਹਾਡੇ ਕੰਪਿਊਟਰ ਦੇ ਵਿੱਚ ਮੰਨ ਲਓ 2 ਹਾਰਡ ਡਿਸਕ ਹੈ, ਇੱਕ ਡਰਾਈਵ C ਹੈ, ਇੱਕ ਡਰਾਈਵ D ਹੈ, ਤੁਸੀਂ ਬੂਟਿੰਗ C ਤੋਂ ਕਰਨਾ ਚਾਹੁੰਦੇ ਹੋ ਤੇ ਤੁਸੀਂ ਬੂਟਿੰਗ D ਤੋਂ ਕਰਨਾ ਚਾਹੁੰਦੇ ਹੋ। ਆਮ ਤੌਰ ਤੇ ਕੀ ਕੀਤਾ ਜਾਂਦਾ ਹੈ, ਆਮ ਤੌਰ ਤੇ ਬਾਈ ਡਿਫਾਲਟ ਤੁਹਾਡਾ ਆਪਰੇਟਿੰਗ ਸਿਸਟਮ C ਡਰਾਈਵ ਲੋਡ ਕੀਤਾ ਜਾਂਦਾ ਹੈ ਤੇ D ਡਰਾਈਵ ਦੇ ਵਿੱਚ ਅਸੀਂ ਬਾਕੀ ਨਾਰਮਲ ਯੂਜ਼ ਲਈ ਰੱਖਦੇ ਹਾਂ। ਅਗਰ ਮੰਨ ਲਓ ਤੁਸੀਂ ਚਾਹੁੰਦੇ ਹੋ ਤੁਹਾਡਾ ਆਪਰੇਟਿੰਗ ਸਿਸਟਮ D ਡਰਾਈਵ ਸਟੋਰ ਹੋਵੇ, ਉਹ ਵੀ ਤੁਸੀਂ BIOS ਦੇ ਵਿੱਚ ਚੇਂਜ ਕਰ ਸਕਦੇ ਹੋ। ਅਗਰ ਤੁਸੀਂ ਚਾਹੁੰਦੇ ਹੋ ਜਦੋਂ ਬ੍ਰਾਂਡ ਨਿਊ ਕੰਪਿਊਟਰ ਹੈ, ਬ੍ਰਾਂਡ ਨਿਊ ਕੰਪਿਊਟਰ ਦਾ ਮਤਲਬ ਹਾਈ ਸਿਰਫ ਹਾਰਡਵੇਅਰ ਅਸੈਂਬਲ ਹੋਇਆ ਹੈ, ਪਹਿਲੀ ਵਾਰ ਉਸ ਕੰਪਿਊਟਰ 'ਚ ਆਪਰੇਟਿੰਗ ਸਿਸਟਮ ਲੋਡ ਹੋਣਾ ਹੈ, ਤਾਂ ਕੰਪਿਊਟਰ ਦੇ ਵਿੱਚ ਤਾਂ ਆਪਰੇਟਿੰਗ ਸਿਸਟਮ ਹੈ ਹੀ ਨਹੀਂ, ਉਸ ਨੂੰ ਤੁਹਾਨੂੰ DVD ਤੋਂ ਜਾਂ ਪੈਨ ਡਰਾਈਵ ਤੋਂ ਲੋਡ ਕਰਨਾ ਪਏਗਾ। ਸੋ ਉਸ ਚੀਜ਼ ਨੂੰ ਵੀ ਚੇਂਜ ਕਰਨਾ, that ਸਭ ਤੋਂ ਪਹਿਲਾਂ ਆਪਰੇਟਿੰਗ ਸਿਸਟਮ DVD 'ਚ ਲੋਕੇਟ ਕੀਤਾ ਜਾਵੇ, ਉਸ ਸੈਟਅਪ ਇਨਫੋਰਮੇਸ਼ਨ ਨੂੰ ਵੀ BIOS ਦੇ ਵਿੱਚ ਹੀ ਸਟੋਰ ਕੀਤਾ ਜਾਂਦਾ ਹੈ, ਉਸ ਸੈਟਅਪ ਇਨਫੋਰਮੇਸ਼ਨ ਨੂੰ ਵੀ BIOS ਦੇ ਵਿੱਚ ਹੀ ਚੇਂਜ ਕੀਤਾ ਜਾਂਦਾ ਹੈ।
ਐਂਡ ਅਗਰ ਤੁਸੀਂ ਚਾਹੁੰਦੇ ਹੋ ਤੁਹਾਡਾ ਕੰਪਿਊਟਰ ਪੈਨ ਡਰਾਈਵ ਤੋਂ ਬੂਟ ਹੋਵੇ, ਇਹ ਚਾਹਣ ਦੇ ਨਾਲ ਕੁਝ ਨਹੀਂ ਹੁੰਦਾ। ਮੇਰੇ ਮਨ 'ਚ ਕੀ ਹੈ, ਉਹਦੇ ਨਾਲ ਕੁਝ ਨਹੀਂ ਹੁੰਦਾ, ਬਿਕੋਜ਼ ਕੰਪਿਊਟਰ ਐਕਸਪਲਿਸਿਟਲੀ ਨੀਡਸ ਇਨਸਟਰਕਸ਼ਨਸ। ਇਹ ਇਨਸਟਰਕਸ਼ਨ ਕੰਪਿਊਟਰ ਦੇ ਵਿੱਚ ਸਟੋਰ ਕੀਤੀ ਜਾ ਸਕਦੀ ਹੈ ਇਨ ਦਾ ਬਾਇਓਸ। ਬਾਇਓਸ ਦੇ ਵਿੱਚ ਅਸੀਂ ਕੰਪਿਊਟਰ ਦੀ ਕਨਫਿਗਰੇਸ਼ਨ ਨੂੰ ਚੇਂਜ ਕਰ ਸਕਦੇ ਹਾਂ। ਲੁੱਕ ਐਟ ਦਿਸ ਡਾਇਗਰਾਮ। ਬਾਇਓਸ ਦੀ ਕਮਿਊਨੀਕੇਸ਼ਨ CPU ਦੇ ਨਾਲ ਵੀ ਹੈ, ਡਿਵਾਈਸ ਡਰਾਈਵਰਸ ਦੇ ਨਾਲ ਵੀ ਹੈ, ਆਪਰੇਟਿੰਗ ਸਿਸਟਮ ਦੇ ਨਾਲ ਵੀ ਹੈ ਔਰ ਐਪਲੀਕੇਸ਼ਨ ਦੇ ਨਾਲ ਵੀ। ਆਪਰੇਟਿੰਗ ਸਿਸਟਮ ਡਿਵਾਈਸ ਡਰਾਈਵਰਸ ਨਾਲ ਵੀ ਕਮਿਊਨੀਕੇਟ ਕਰ ਰਿਹਾ ਔਰ ਐਪਲੀਕੇਸ਼ਨਸ ਨਾਲ ਵੀ ਕਮਿਊਨੀਕੇਟ ਕਰ ਰਿਹਾ। ਹੋਰ ਅਗਰ ਅਸੀਂ ਹੋਰ ਡਿਟੇਲ ਡਾਇਗਰਾਮ ਦੇਖੀਏ ਬਾਇਓਸ ਦੀ, this is what the BIOS is। ਜਦੋਂ ਕੰਪਿਊਟਰ ਔਨ ਹੁੰਦਾ ਹੈ, ਜਦੋਂ ਕੰਪਿਊਟਰ ਔਨ ਹੁੰਦਾ ਹੈ, ਉਸ ਨੂੰ ਅਸੀਂ ਪ੍ਰੀ ਬੂਟ ਐਨਵਾਇਰਨਮੈਂਟ ਕਹਿੰਦੇ ਆ। ਬੂਟਿੰਗ, ਮੈਂ ਅਗਰ ਮੈਂ ਵਰਡ ਬੂਟ ਇੱਥੇ ਟਰਮ ਬਾਰ-ਬਾਰ ਯੂਜ਼ ਕੀਤੀ ਜਾ ਰਹੀ ਹੈ, ਅਗਰ ਮੈਂ ਟਰਮ ਬੂਟ ਦੀ ਗੱਲ ਕਰਾਂ, what this boot is, ਕੰਪਿਊਟਰ ਤੁਹਾਡਾ ਸਵਿਚ ਔਨ ਹੋਵੇ, ਸਵਿਚ ਔਨ ਹੋਣ ਤੋਂ ਬਾਅਦ ਪੋਸਟ ਪਰਫਾਰਮ ਹੋਵੇ, ਪੋਸਟ ਪਰਫਾਰਮ ਹੋਣ ਤੋਂ ਬਾਅਦ ਤੁਹਾਡਾ ਕੰਪਿਊਟਰ ਆਪਰੇਟਿੰਗ ਸਿਸਟਮ ਨੂੰ ਲੋਕੇਟ ਕਰੇਗਾ, ਆਪਰੇਟਿੰਗ ਸਿਸਟਮ ਤੁਹਾਡੇ ਕੰਪਿਊਟਰ ਦੇ ਵਿੱਚ ਲੋਡ ਹੋਏਗਾ, ਉਸ ਤੋਂ ਬਾਅਦ ਤੁਹਾਡੇ ਸਾਹਮਣੇ ਸਕਰੀਨ ਬਣ ਕੇ ਆ ਜਾਏਗੀ। that whole process that is being called as booting। BIOS ਬਿਫੋਰ ਪੂਰੀ ਬੂਟਿੰਗ ਹੋਣ ਤੋਂ ਪਹਿਲਾਂ ਇਹਨੇ ਪੋਸਟ ਪਰਫਾਰਮ ਕਰਨੀ ਹੈ। ਪ੍ਰੀ ਬੂਟਿੰਗ ਦੇ ਵਿੱਚ ਵੀ BIOS ਦਾ ਰੋਲ ਆਉਂਦਾ ਹੈ ਔਰ ਬਹੁਤ ਇੰਪੋਰਟੈਂਟ ਰੋਲ ਹੈ। BIOS ਦਾ ਪ੍ਰੀ ਬੂਟਿੰਗ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਹੈ, ਕਿਉਂਕਿ ਪ੍ਰੀ ਬੂਟਿੰਗ ਦੇ ਵਿੱਚ BIOS ਹੀ ਪੂਰੇ ਪ੍ਰੋਸੈਸ ਨੂੰ ਕੰਟਰੋਲ ਕਰਦਾ ਹੈ। ਆਫਟਰ ਬੂਟਿੰਗ, ਜਦੋਂ ਇੱਕ ਵਾਰੀ ਬੂਟਿੰਗ ਹੋ ਗਈ ਤੁਹਾਡੇ ਕੰਪਿਊਟਰ ਦੀ, ਆਪਰੇਟਿੰਗ ਸਿਸਟਮ ਲੋਡ ਹੋ ਗਿਆ, ਫਿਰ ਐਪਲੀਕੇਸ਼ਨਸ ਨਾਲ ਵੀ ਕਮਿਊਨੀਕੇਟ ਕਰਦਾ, ਡਿਵਾਈਸ ਡਰਾਈਵਰਸ ਨਾਲ ਵੀ ਕਮਿਊਨੀਕੇਟ ਕਰਦਾ ਔਰ ਆਪਰੇਟਿੰਗ ਸਿਸਟਮ ਨਾਲ ਵੀ ਕਮਿਊਨੀਕੇਟ ਕਰਦਾ। This is the basic role of a BIOS। Now coming to next point, functions of a BIOS। ਤੁਹਾਡੇ BIOS ਦੇ functions ਕੀ ਹੈ? I suppose ਇਹਨਾਂ ਚੋਂ ਕੁਝ functions ਸ਼ਾਇਦ ਤੁਸੀਂ operating system ਚ ਪੜ੍ਹੇ ਹੋਣੇ ਹੈ। BIOS ਦੇ 4 main functions ਹੈ। First is your post, second is your bootstrap loader, third is your BIOS drivers, fourth is your BIOS setup or CMOS setup। 4 important roles BIOS ਦੇ ਹੈ। First is post, second is bootstrap loader, third is your BIOS drivers, fourth is your BIOS setup or CMOS setup। ਸਭ ਤੋਂ ਪਹਿਲਾ ਫੰਕਸ਼ਨ ਜਿਹੜਾ BIOS ਦਾ ਹੈ, that is being called as post। post ਦੀ full form ਮੈਂ ਤੁਹਾਨੂੰ explain ਕਰ ਚੁੱਕਾ ਹਾਂ, ਮੈਂ ਫਿਰ ਬੋਲ ਦੇਣਾ। post stands for power on self test। it consists of a series of diagnostic tests that run automatically when a user turns on the computer। ਇਹੀ ਚੀਜ਼ ਮੈਂ ਤੁਹਾਨੂੰ ਡੈਫੀਨੇਸ਼ਨ ਚ ਐਕਸਪਲੇਨ ਕੀਤੀ ਸੀ। ਪੋਸਟ, ਜਦੋਂ ਤੁਸੀਂ ਕੰਪਿਊਟਰ ਨੂੰ when a user turns on the computer, ਜਦੋਂ ਕੰਪਿਊਟਰ ਨੂੰ ਕੋਈ ਵੀ ਯੂਜ਼ਰ ਟਰਨ ਔਨ ਕਰਦਾ ਹੈ, ਟਰਨ ਔਨ ਮੀਨਸ ਔਨ ਕਰਦਾ ਹੈ, ਉਸ ਤੋਂ ਬਾਅਦ ਪੋਸਟ ਵਿੱਚ ਕੀ ਹੁੰਦਾ ਹੈ? ਸੀਰੀਜ਼ ਆਫ ਡਾਇਗਨੋਸਟਿਕ ਟੈਸਟ। ਕਿਸ ਚੀਜ਼ ਦੀ ਡਾਇਗਨੋਸਟਿਕ? ਤੁਹਾਡੇ ਕੀਬੋਰਡ ਦੀ, ਮਾਊਸ ਦੀ, ਤੁਹਾਡਾ ਕੰਪਿਊਟਰ ਦਾ ਜਿੰਨਾ ਵੀ ਹਾਰਡਵੇਅਰ ਹੈ, ਕੋਈ ਵੀ ਹਾਰਡ ਡਿਸਕ ਅਟੈਚਡ ਹੈ, each and every part of the computer। मैं किसी स्पेसिफिक पार्ट नहीं स्पेसिफाई कर रहा, आई एम टेलिंग यू दैट each and every part that is connected with the computer वो टेस्ट किया जाता है during post। The actual test may differ depending upon the configuration of BIOS। However, user test includes testing of RAM, keyboard, disk drivers, motherboard, hard disk, every part ਜਿਹੜਾ ਤੁਹਾਡੇ ਕੰਪਿਊਟਰ ਨਾਲ ਅਟੈਚਡ ਹੈ।
इफ दीज टेस्ट आर सक्सेसफुल, अगर ये सारे टेस्ट सक्सेसफुल है, उस तो बाद कंप्यूटर ने बूट कर लेना ऑपरेटिंग सिस्टम ਨੂੰ and loads the operating system. But if the tests are unsuccessful हो ਜਾਂਦਾ कोई भी टेस्ट, कंप्यूटर एरर रिपोर्ट करता है। किधर रिपोर्ट करता है? बीप करना स्टार्ट करता है। मान लो ਤੁਸੀਂ ਆਪਣਾ ਕੰਪਿਊਟਰ ਔਨ ਕਰੋ, ਔਨ ਕਰਨ ਦੇ ਨਾਲ ਹੀ ਕੰਪਿਊਟਰ ਦੇ ਵਿੱਚ ਬੀਪ ਆਣੀ ਸ਼ੁਰੂ ਹੋ ਜਾਏ, that means ਕੰਪਿਊਟਰ ਦੇ ਕਿਸੇ ਪਾਰਟ ਦੇ ਵਿੱਚ ਕੋਈ ਪ੍ਰੋਬਲਮ ਹੈ। ਔਰ ਇਹ ਪ੍ਰੋਬਲਮ ਕੌਣ ਇੰਡੀਕੇਟ ਕਰਦਾ ਹੈ? ਇਹ ਪ੍ਰੋਬਲਮ पोस्ट प्रोसीजर ਦੇ ਨਾਲ ਪਤਾ ਲੱਗਦੀ ਹੈ। और a post procedure कौन परफॉर्म करता है? That is being performed by the BIOS। ही डायग्राम च एक्सप्लेन किया, कंप्यूटर ਨੂੰ स्विच ऑन किया, पावर ऑन, BIOS ਦਾ रोल स्टार्ट होया, BIOS ने पोस्ट परफॉर्म किया, और अगर पोस्ट सक्सेसफुल है ਤਾਂ ਹੀ ਅੱਗੇ ਬੂਟਿੰਗ ਦਾ ਪ੍ਰੋਸੈਸ ਪਰਫਾਰਮ ਹੁੰਦਾ ਹੈ, ਅਦਰਵਾਈਜ਼ ਬੂਟਿੰਗ ਦਾ ਪ੍ਰੋਸੈਸ ਪਰਫਾਰਮ ਨਹੀਂ ਹੁੰਦਾ। ਸੋ ਫਸਟ ਥਿੰਗ ਫਸਟ, ਮੈਂ ਫਿਰ ਇਹੀ ਚੀਜ਼ ਐਕਸਪਲੇਨ ਕਰਦਾ, ਫਿਰ ਇਹੀ ਚੀਜ਼ ਤੇ ਮੈਂ ਸਟ੍ਰੈਸ ਆਊਟ ਕਰ ਰਿਹਾ, ਜਦੋਂ ਵੀ ਤੁਸੀਂ ਕੰਪਿਊਟਰ ਔਨ ਕਰੋਗੇ ਟੈਸਟਿੰਗ ਹੋਏਗੀ, ਜਿੰਨੇ ਵੀ ਪੈਰੀਫਿਰਲਸ, ਜਿੰਨੇ ਵੀ ਡਿਵਾਈਸਿਸ ਤੁਹਾਡੇ ਕੰਪਿਊਟਰ 'ਚ ਹੈ, ਅਗਰ ਉਹ ਸਾਰੇ ਵਰਕਿੰਗ ਆਰਡਰ 'ਚ ਹੈ, ਤਾਂ ਹੀ ਤੁਹਾਡਾ ਕੰਪਿਊਟਰ ਅੱਗੇ ਆਪਰੇਟਿੰਗ ਸਿਸਟਮ ਨੂੰ ਲੱਭੇਗਾ, ਆਪਰੇਟਿੰਗ ਸਿਸਟਮ ਨੂੰ ਲੋਡ ਕਰੇਗਾ, ਔਰ ਪੂਰਾ ਕੰਪਿਊਟਰ ਦੀ ਆਪਰੇਟਿੰਗ ਸਿਸਟਮ ਦੀ ਸਕਰੀਨ ਬਣ ਕੇ ਜਿਸ ਪ੍ਰੋਸੈਸ ਦੇ ਦੌਰਾਨ ਟੈਸਟਿੰਗ ਹੁੰਦੀ ਹੈ, that is being called as post। second function of BIOS ਦਾ ਕੀ ਹੈ? that is your bootstrap loader। that BIOS will locate the operating system if a capable operating system is located, BIOS will pass control to it। ਉਹਨਾਂ ਦਾ ਮਤਲਬ ਕੀ ਹੈ? ਮਤਲਬ ਇਹ ਹੈ that पोस्ट तो बाद ਦਾ ਜਿਹੜਾ ਪ੍ਰੋਸੈਸ ਆ ਉਸ ਤੇ ਕੰਟੈਕਸਟ 'ਚ ਗੱਲ ਕਰ ਰਹੇ ਹਾਂ। ਬੂਟਸਟ੍ਰੈਪ ਲੋਡਰ ਤੁਸੀਂ ਆਪਰੇਟਿੰਗ ਸਿਸਟਮ 'ਚ ਪੜਿਆ ਹੋਏਗਾ, ਮੈਂ ਉਸੇ ਚੀਜ਼ ਨੂੰ ਐਕਸਪਲੇਨ ਕਰਨ ਲੱਗਾ। ਕੰਪਿਊਟਰ ਸਵਿਚ ਔਨ ਹੋਇਆ, पोस्ट ਦੀ ਵਰਕਿੰਗ ਸਟਾਰਟ ਹੋਈ, पोस्ट ਦੀ ਵਰਕਿੰਗ ਸਟਾਰਟ ਹੋਈ, ਸਾਰੇ ਦੇ ਸਾਰੇ ਪੈਰੀਫਿਰਲਸ ਅਗਰ ਵਰਕਿੰਗ ਆਰਡਰ 'ਚ ਹੈ ਤਾਂ ਉਹਦਾ ਮਤਲਬ ਹੈ पोस्ट इज सक्सेसफुल। पोस्ट सक्सेसफुल होया, उस तो बाद की करना है? उस तो बाद ਤੁਹਾਡਾ ਕੰਪਿਊਟਰ ਨੇ ਫਾਈਂਡ ਆਊਟ ਕਰਨਾ ਹੈ ਬੂਟਸਟ੍ਰੈਪ ਲੋਡਰ ਨੂੰ, locate the operating system if a capable operating system is located। BIOS ने अपना काम खत्म कर देना, BIOS ने अपना पोस्ट वाला काम खत्म करता, ऑपरेटिंग सिस्टम लोड होना स्टार्ट हो गया, फिर ਤੁਹਾਡੇ ਕੰਪਿਊਟਰ ਦਾ ਕੰਟਰੋਲ BIOS ਤੋਂ ऑपरेटिंग सिस्टम ਦੇ ਵਿੱਚ ਚਲੇ ਜਾਣਾ। BIOS ਨੇ ਸ਼ੁਰੂ 'ਚ ਕੰਪਿਊਟਰ ਦਾ ਕੰਟਰੋਲ ਰੱਖਣਾ ਹੈ, ਇੱਕ ਵਾਰੀ BIOS ਦਾ ਕੰਮ ਖਤਮ ਹੋ ਗਿਆ, ऑपरेटिंग सिस्टम ਤੁਹਾਡੇ ਕੰਪਿਊਟਰ ਦੇ ਵਿੱਚ ਲੋਡ ਹੋ ਗਿਆ, ਤਾਂ ਸਾਰਾ ਦਾ ਸਾਰਾ कंट्रोल ऑपरेटिंग सिस्टम को चले जाना है, BIOS को कोई भी कंट्रोल नहीं रहता। This is bootstrap loader। Once that is loaded, कंट्रोल ਜਿਹੜਾ ਕੀ ਹੈ ਤੁਹਾਡੇ ऑपरेटिंग सिस्टम ਨੂੰ ट्रांसफर हो ਜਾਂਦਾ है, BIOS को वो कंट्रोल नहीं रहता। थर्ड फंक्शन ਜਿਹੜਾ BIOS ਦਾ ਹੈ, BIOS ड्राइवर्स, कीबोर्ड ਦਾ ड्राइवर, माउस ਦਾ ड्राइवर, मॉनिटर ਦਾ ड्राइवर, क्योंकि ਇਹ ਵੀ ਪੈਰੀਫਿਰਲਸ ਹੀ ਹੈ। low level drivers that give the computer basic operational control over computer hardware। ਮੈਂ ਇਹੀ ਗੱਲ ਤੁਹਾਨੂੰ ਕਹਿ ਰਿਹਾ ਸੀ, ਅਗਰ ਪ੍ਰਿੰਟਰ ਲੋਡ ਕਰਨਾ ਹੈ, ਪ੍ਰਿੰਟਰ ਦਾ ਡਰਾਈਵਰ ਤੁਹਾਡਾ BIOS 'ਚ ਲੋਡਡ ਨਹੀਂ ਹੋਣਾ, ਤੁਸੀਂ ਆਪਣਾ ਕੈਮਰਾ ਲੋਡ ਕਰਨਾ ਹੈ, ਵੈਬ ਕੈਮਰਾ, ਜਾਂ ਤੁਸੀਂ ਸਪੋਜ਼ ਸਕੈਨਰ ਅਟੈਚ ਕਰਨਾ ਹੈ, ਇਹਨਾਂ ਦੇ ਡਰਾਈਵਰਸ ਤੁਹਾਡੇ BIOS ਦੇ ਵਿੱਚ ਲੋਡਡ ਨਹੀਂ ਹੈ। ਬੇਸਿਕ ਡਿਵਾਈਸਿਸ ਜਿਹੜੇ ਕੰਪਿਊਟਰ ਦੇ ਵਿੱਚ ਬਹੁਤ ਬੇਸਿਕ ਹੈ ਔਰ ਹਰ ਵਾਰ ਜਿਨ੍ਹਾਂ ਦਾ ਯੂਜ਼ ਹੁੰਦਾ ਹੈ, ਕੀਬੋਰਡ, ਮਾਊਸ
and monitor another drivers that are being loaded in the BIOS और BIOS ਉਹਨਾਂ drivers ਨੂੰ ਉਹਨਾਂ devices ਨੂੰ recognize ਕਰਦਾ and fourth and the final function of BIOS is CMOS setup or BIOS setup ਜਦੋਂ ਕੰਪਿਊਟਰ ਤੁਸੀਂ ਔਨ ਕਰਦੇ ਹੋ ਤੁਸੀਂ ਕਦੀ ਧਿਆਨ ਨਾਲ ਦੇਖਿਓ ਬਾਟਮ ਤੇ ਇੱਕ ਮੈਸੇਜ ਬਣ ਕੇ ਆਉਂਦਾ ਹੈ ਪ੍ਰੈਸ F9 ਟੂ ਐਂਟਰ ਸੈਟਅਪ ਤੁਸੀਂ F9 ਦੀ ਕੀ ਪ੍ਰੈਸ ਕਰੋਗੇ ਤੁਸੀਂ CMOS ਸੈਟਅਪ ਬਲੂ ਕਰਨ ਦੀ ਸਕਰੀਨ ਬਣ ਕੇ ਆਂਦੀ ਹੈ ਤੁਸੀਂ ਸੈਟਅਪ ਦੇ ਵਿੱਚ ਚਲੇ ਗਏ this BIOS setup or this CMOS setup that is being performed by the BIOS configuration program that allows you to configure hardware setting including system setting, system date, system time, and the most important system setting is your password. ਤੁਸੀਂ ਅਗਰ ਆਪਣੇ ਕੰਪਿਊਟਰ 'ਚ ਪਾਸਵਰਡ ਸੈੱਟ ਕਰਨਾ ਚਾਹੁੰਦੇ ਹੋ ਵਿੰਡੋਜ਼ ਪਾਸਵਰਡ ਦੀ ਮੈਂ ਗੱਲ ਨਹੀਂ ਕਰ ਰਿਹਾ ਵਿੰਡੋਜ਼ ਪਾਸਵਰਡ ਕੋਈ ਬਹੁਤ ਸਿਕਿਉਰ ਚੀਜ਼ ਨਹੀਂ ਹੈ ਵਿੰਡੋਜ਼ ਦਾ ਜਿਹੜਾ ਪਾਸਵਰਡ ਹੈ ਬੜਾ ਈਜ਼ੀਲੀ ਬ੍ਰੇਕਅਪ ਹੋ ਜਾਂਦਾ ਹੈ ਕੰਪਿਊਟਰ ਦੋ ਤਰ੍ਹਾਂ ਦੇ ਪਾਸਵਰਡ ਸੈੱਟ ਹੁੰਦੇ ਆ ਇੱਕ ਤੁਹਾਡਾ ਬਾਇਓਸ ਦਾ ਪਾਸਵਰਡ ਹੁੰਦਾ ਹੈ ਦੂਸਰਾ ਤੁਹਾਡਾ ਵਿੰਡੋਜ਼ ਦਾ ਪਾਸਵਰਡ ਬਾਇਓਸ ਦਾ ਪਾਸਵਰਡ ਉਹ ਪਾਸਵਰਡ ਹੈ ਅਗਰ ਉਹ ਸੈੱਟ ਹੋ ਗਿਆ ਤੁਸੀਂ ਕੋਈ ਪਾਸਵਰਡ ਸੈੱਟ ਕਰਤਾ ਜਦੋਂ ਵੀ ਕੋਈ ਬੰਦਾ ਕੰਪਿਊਟਰ ਔਨ ਕਰੇਗਾ ਤੁਹਾਡੇ ਉਸ ਨੂੰ ਉਹ ਪਾਸਵਰਡ ਐਂਟਰ ਕਰੇਗਾ ਤਾਂ ਹੀ ਬਾਇਓਸ ਦੀ ਆਪਰੇਟਿੰਗ ਸਟਾਰਟ ਹੋਣੀ ਹੈ ਉਸ ਤੋਂ ਬਾਅਦ ਵਿੰਡੋਜ਼ ਲੋਡ ਹੋਣਾ ਹੈ ਔਰ ਤਾਂ ਹੀ ਤੁਸੀਂ ਵਿੰਡੋਜ਼ ਐਂਟਰ ਕਰ ਸਕਦੇ ਮੀਨਿੰਗ देयर ਮੈਂ ਇੱਕ ਹੋਰ ਕਾਮਨ ਐਗਜ਼ਾਮਪਲ ਦੱਸਦਾ ਮੰਨ ਲਓ ਕੋਈ ਵੀ ਬੰਦਾ ਤੁਹਾਡੇ ਘਰ ਆ ਰਿਹਾ ਕੋਈ ਵੀ ਬੰਦਾ ਤੁਹਾਡੇ ਘਰ ਆ ਰਿਹਾ ਹੈ ਇੱਕ ਤੁਹਾਡੇ ਘਰ ਦਾ ਮੇਨ ਗੇਟ ਹੈ ਇੱਕ ਤੁਹਾਡਾ ਡਰਾਇੰਗ ਰੂਮ ਦਾ ਗੇਟ ਹੈ ਉਹਨੇ ਆ ਕੇ ਜਿਹੜਾ ਵੀ ਬੰਦਾ ਗੈਸਟ ਆਏਗਾ ਤੁਸੀਂ ਉਹਨੂੰ ਡਰਾਇੰਗ ਰੂਮ 'ਚ ਹੀ ਬਿਠਾਓਗੇ ਨਾ ਲੇਕਿਨ ਅਗਰ ਮੰਨ ਲਓ ਤੁਹਾਡਾ ਮੇਨ ਗੇਟ ਹੀ ক্লোਜ਼ ਹੈ ਅਗਰ ਤੁਹਾਡਾ ਮੇਨ ਗੇਟ ਹੀ ਘਰ ਦਾ ক্লোਜ਼ ਹੈ ਉਹ ਬੰਦਾ ਸਿੱਧਾ ਡਰਾਇੰਗ ਰੂਮ 'ਚ ਤਾਂ ਨਹੀਂ ਆ ਸਕਦਾ ਪਹਿਲਾਂ ਤੁਸੀਂ ਮੇਨ ਗੇਟ ਓਪਨ ਕਰੋਗੇ ਉਹ ਬਾਇਓਸ ਦਾ ਪਾਸਵਰਡ ਉਸ ਤੋਂ ਬਾਅਦ ਤੁਸੀਂ ਆਪਣੇ ਡਰਾਇੰਗ ਰੂਮ ਦਾ ਦਰਵਾਜ਼ਾ ਓਪਨ ਕਰੋਗੇ ਉਹ ਤੁਹਾਡਾ ਵਿੰਡੋਜ਼ ਦਾ ਪਾਸਵਰਡ ਅਗਰ ਬੰਦੇ ਨੇ ਘਰ 'ਚ ਐਂਟਰੀ ਕਰ ਲਈ ਅਗਰ ਕਿਸੇ ਬੰਦੇ ਨੇ ਘਰ 'ਚ ਐਂਟਰੀ ਕਰ ਲਈ ਤਾਂ ਉਹ ਤੁਹਾਡੇ ਘਰ ਦੇ ਦਰਵਾਜ਼ੇ ਦਾ ਖੋਲ ਸਕਦਾ ਹੈ ਸੇਮ ਇਜ਼ ਵਿਦ ਕੰਪਿਊਟਰ ਤੁਹਾਡਾ ਜਿਹੜਾ ਬਾਇਓਸ ਦਾ ਪਾਸਵਰਡ ਹੈ ਉਹ ਇਨੀਸ਼ੀਅਲ ਪਾਸਵਰਡ ਹੈ ਦੈਟ ਇਜ਼ ਦ ਲੈਵਲ ਆਫ ਸਿਕਿਉਰਿਟੀ ਉਹ ਪਾਸਵਰਡ ਅਗਰ ਕਲੀਅਰ ਹੋ ਗਿਆ ਤਾਂ ਵਿੰਡੋਜ਼ ਦਾ ਪਾਸਵਰਡ ਤਾਂ ਬਹੁਤ ਈਜ਼ੀਲੀ ਬ੍ਰੇਕਅਪ ਹੋ ਜਾਂਦਾ ਹੈ ਬਾਇਓਸ ਦਾ ਪਾਸਵਰਡ ਈਜ਼ੀਲੀ ਬ੍ਰੇਕਅਪ ਨਹੀਂ ਹੁੰਦਾ ਸੋ ਇਟ ਪ੍ਰੋਵਾਈਡਸ ਪਾਸਵਰਡ ਸੈਟਿੰਗ ਵੀ ਬਾਇਓਸ ਤੁਹਾਨੂੰ ਪ੍ਰੋਵਾਈਡ ਕਰਦਾ with this I complete my today's lecture ਅੱਜ ਦੇ ਲੈਕਚਰ ਦੇ ਵਿੱਚ ਮੈਂ ਇੱਕ ਇੰਟਰੋਡਕਸ਼ਨ ਦੱਸੀ ਹੈ what BIOS is and what are the functions of BIOS so ਬੇਟੇ